ਪਿਆਰੇ ਦਰਸ਼ਕੋ, ਅੱਜ ਦੇ ਸ਼ੋਅ ਵਿੱਚ ਤੁਹਾਡਾ ਨਿੱਘਾ ਸਵਾਗਤ। ਪੰਜਾਬਨਾਮਾ ਸ਼ੋਅ 'ਚ ਨਿੱਘਾ ਸਵਾਗਤ ਹੈ। ਇਹ ਸ਼ੋਅ ਦੇ ਵਿੱਚ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਹੰਮਦ ਖਾਲਿਦ ਹਨ। ਉਹਨਾਂ ਨਾਲ ਦੋ ਤਿੰਨ ਅਹਿਮ ਮਸਲਿਆਂ ਬਾਰੇ ਗੱਲ ਕਰਾਂਗੇ। ਉਹਦੇ ਵਿੱਚ ਇਹ ਹੈ ਵੀ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਸਰਕਾਰ ਦੇ ਉੱਪਰ ਸਵਾਲ ਉਠਾਇਆ ਵੀ ਇਹਨਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਜਿਹੜੀ ਨੀਤੀ ਆ ਉਹ ਪੱਖਪਾਤੀ ਹੈ। ਅਤੇ ਇਸ ਮਾਮਲੇ ਨੂੰ ਲੈ ਕੇ ਉਹ ਵਿਧਾਨ ਸਭਾ ਦਾ ਜਦੋਂ 4 ਦਿਨ ਦਾ ਸੈਸ਼ਨ ਸੀ, ਉਹਨਾਂ ਨੇ ਲਗਾਤਾਰ ਜਿਹੜਾ ਫੌਜਾ ਸਿੰਘ ਸਰਾਰੀ ਹੈ ਕੈਬਨਿਟ ਮੰਤਰੀ, ਉਹਦੇ 'ਤੇ ਕਾਫੀ ਜ਼ੋਰ ਨਾਲ ਆਵਾਜ਼ ਉਠਾਈ ਸੀ। ਤਾਂ ਉਸ ਮਾਮਲੇ ਦੀ ਗੱਲ ਕਰਾਂਗੇ, ਭ੍ਰਿਸ਼ਟਾਚਾਰ ਦੀ ਨੀਤੀ ਦੇ। ਅੱਜ ਸਰਕਾਰ ਨੇ ਇੱਕ AIG ਹੈ ਆਸ਼ੀਸ਼ ਕਪੂਰ, ਉਹਨਾਂ ਦੀ ਜਿਹੜੀ ਆ ਉਹ ਅਰੈਸਟ ਕੀਤੀ ਹੈ। ਉਹਨਾਂ ਦੇ ਉੱਪਰ ਆ ਵੀ ਉਹਨਾਂ ਨੇ ਕਿਸ ਤੋਂ 1 ਕਰੋੜ ਰੁਪਈਆ ਲਿਆ ਸੀਗਾ। ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਅੱਜ ਅਰੈਸਟ ਕਰ ਲਿਆ ਗਿਆ। ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀਗਾ। ਇਹ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਵੀ ਗੱਲ ਕਰਾਂਗੇ। ਦੂਜਾ, ਅੱਜ ਕਈ ਕਿਸਾਨ ਜਥੇਬੰਦੀਆਂ ਦਾ ਇੱਕ ਵਫਦ ਜਿਹੜਾ ਮੁੱਖ ਮੰਤਰੀ ਨੂੰ ਮਿਲਿਆ ਸੀ, ਅਤੇ ਕੱਲ੍ਹ ਇੱਕ ਹੋਰ ਵਫਦ ਜਿਹੜਾ ਉਗਰਾਹਾਂ ਜਥੇਬੰਦੀ ਦਾ ਮਿਲੇਗਾ। ਕਿਸਾਨਾਂ ਦੇ ਕੀ ਮਸਲੇ, ਉਹਨਾਂ ਦੇ ਉੱਪਰ ਵੀ ਗੱਲ ਕਰਾਂਗੇ। ਕੁਝ ਗੱਲਾਂ 'ਤੇ ਅੱਜ ਸਹਿਮਤੀ ਹੋਈ ਹੈ। ਕੱਲ੍ਹ ਜਿਹੜੀ ਦੂਜੀ ਜਥੇਬੰਦੀ ਆਏਗੀ ਉਹਦੇ ਨਾਲ ਵੀ ਗੱਲਬਾਤ ਹੋਏਗੀ, ਕੀ ਮਾਮਲੇ ਨਿਬੜਦੇ। ਪਰ ਜਿੱਡੀ ਸਾਡੀ ਜਾਣਕਾਰੀ ਹੈ, ਕਈ ਮਾਮਲਿਆਂ 'ਤੇ ਗੱਲਬਾਤ ਹੋ ਗਈ ਹੈ, ਪਰ ਪਰਾਲੀ ਦੇ ਮਾਮਲੇ ਨੂੰ ਲੈ ਕੇ ਅਜੇ ਵੀ ਕਿਤੇ ਨਾ ਕਿਤੇ ਪੇਜ ਫਸਿਆ ਹੋਇਆ। ਇਹ ਗੱਲ ਜ਼ਰੂਰ ਸਰਕਾਰ ਨੇ ਮੰਨ ਲਈ ਹੈ ਵੀ ਅਸੀਂ ਰੈੱਡ ਐਂਟਰੀ ਨਹੀਂ ਕਰਾਂਗੇ, ਮਤਲਬ ਕੇਸ ਦਰਜ ਨਹੀਂ ਕਰਾਂਗੇ। ਇਹੋ ਜਿਹੀਆਂ ਕੁਝ ਗੱਲਾਂ ਮੰਨ ਲਈਆਂ। ਅਤੇ ਝੋਨਾ ਸਾਰਾ ਖਰੀਦਾਂਗੇ, ਇਹ ਨਹੀਂ ਕੋਈ ਸ਼ਰਤ ਨਹੀਂ ਹੋਏਗੀ, ਕੁਝ ਸ਼ਰਤਾਂ ਨਰਮ ਕਰਾਂਗੇ। ਇਹ ਕੁਝ ਗੱਲਾਂ ਅੱਜ ਜਿਹੜਾ ਡੱਲੇਵਾਲ ਹੁਣਾਂ ਦੀ ਅਗਵਾਈ 'ਚ ਵਫਦ ਮਿਲਿਆ ਸੀ, ਉਹਨੂੰ ਭਰੋਸਾ ਦਵਾਇਆ ਗਿਆ। ਅਤੇ ਕੱਲ੍ਹ ਫਿਰ ਇਸੇ ਤੇ ਮਾਮਲੇ 'ਤੇ ਗੱਲ ਹੋਏਗੀ। ਅਤੇ ਖਾਲਿਦ ਸਾਹਿਬ, ਅਸੀਂ ਭ੍ਰਿਸ਼ਟਾਚਾਰ ਤੋਂ ਗੱਲ ਸ਼ੁਰੂ ਕਰਦੇ ਹਾਂ ਵੀ ਕੀ ਤੁਸੀਂ ਇਹਦੇ 'ਤੇ ਮੁੱਦੇ 'ਤੇ ਕਹਿਣਾ ਚਾਹੁੰਦੇ? ਜਿਹੜੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ, ਇਹ ਪ੍ਰਤਾਪ ਸਿੰਘ ਬਾਜਵਾ ਸਰਕਾਰ 'ਤੇ ਦੋਸ਼ ਲਾ ਰਹੇ, ਅਤੇ ਸਰਕਾਰ ਕਹਿੰਦੀ ਵੀ ਅਸੀਂ ਕਿਸੇ ਨੂੰ ਜ਼ੀਰੋ ਟੋਲਰੈਂਸ ਆ ਸਾਡੀ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ। ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੰਮੂ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਭ੍ਰਿਸ਼ਟਾਚਾਰ ਦੀ, ਉਹ ਹੈਗੀ ਹੈ ਕਿ ਇੱਕ ਮੰਤਰੀ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਹੈ ਤੇ ਉਹਦੇ ਅਰੈਸਟ ਦੀ ਗੱਲ ਹੋ ਰਹੀ ਹੈ, ਉਹਨੂੰ ਸੈਕਿੰਗ ਕਰਨ ਦੀ ਗੱਲ ਹੋ ਰਹੀ ਹੈ। ਇਹ ਭ੍ਰਿਸ਼ਟਾਚਾਰ ਜਿਹੜਾ ਹੈਗਾ, ਇਹ ਉੱਪਰਲੇ ਲੈਵਲ ਦਾ ਭ੍ਰਿਸ਼ਟਾਚਾਰ ਹੈ। ਅਗਰ ਹੋਇਆ ਵੀ ਹੈ ਤਾਂ ਉਹਦੇ ਬਾਰੇ ਪ੍ਰੋਪਰ ਇਨਕੁਆਇਰੀ ਹੋਣੀ ਬਣਦੀ ਹੈ। ਚਾਹੇ ਕੋਈ ਵੀ ਹੈ, ਕਾਨੂੰਨ ਤੋਂ ਉੱਪਰ ਕੋਈ ਵਿਅਕਤੀ ਨਹੀਂ ਹੈ, ਚਾਹੇ CM ਹੋਵੇ ਚਾਹੇ PM ਹੋਵੇ, ਕਾਨੂੰਨ ਤੋਂ ਉੱਪਰ ਕੋਈ ਨਹੀਂ। ਅਗਰ ਕੋਈ ਇਲਜ਼ਾਮ ਹੈ ਤਾਂ ਉਹਦੀ ਪੂਰੀ ਘੋਖ ਹੋਣੀ ਚਾਹੀਦੀ ਹੈ ਤੇ ਜੋ ਵੀ ਬਣਦਾ ਕੇਸ ਦਰਜ ਹੋਣੇ ਚਾਹੀਦੇ ਹੈ ਵਗੈਰਾ। ਲੇਕਿਨ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਇਨ ਜਨਰਲ ਦੇਖੋ, ਜਿਸ ਵੇਲੇ ਸਰਕਾਰ ਬਣੀ ਹੈ, ਹਾਂਜੀ ਹਾਂਜੀ, ਇਹਨਾਂ ਨੇ ਇੱਕ ਨੰਬਰ ਇਸ਼ੂ ਕਰਤਾ ਕਿ ਤੁਸੀਂ ਇਸ ਨੰਬਰ ਤੇ ਆਪਣਾ ਫੋਨ ਕਰੋ ਤੇ ਭ੍ਰਿਸ਼ਟਾਚਾਰੀ ਜਿਹੜਾ ਹੈਗਾ ਉਹਨੂੰ ਤੁਰੰਤ ਕਾਰਵਾਈ ਹੋਏਗੀ। ਮੇਰਾ ਖਿਆਲ ਹੈ ਹਜ਼ਾਰਾਂ ਕੇਸ ਜਿਹੜੇ ਹੈਗੇ ਆ ਇਸ ਨੰਬਰ ਤੇ 3 ਲੱਖ ਦੇ ਕਰੀਬ ਸ਼ਿਕਾਇਤਾਂ ਆਈਆਂ ਉਹਦੇ 'ਚ ਜੀ। ਤੇ ਉਹਦੇ ਵਿੱਚ ਚਲੋ ਆਪਾਂ ਇਹ ਕਹਿੰਦੇ ਜੇ 50% ਵੀ ਲਾਈਏ ਕਿ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਉਹ ਲਾਗ ਡਾਟ ਕਰਕੇ ਜਾਂ ਪਰਸਨਲ ਉਹਦੇ ਕਰਕੇ ਹੋ ਸਕਦੀਆਂ ਹਨ, ਤੁਸੀਂ 10% ਹੀ ਲਾ ਲਓ, ਕਿਆ ਉਹਨਾਂ ਪਰ ਪ੍ਰੋਪਰ ਇਨਕੁਆਇਰੀ ਹੋ ਕੇ ਐਕਸ਼ਨ ਹੋਇਆ? ਨਹੀਂ ਹੋਇਆ। ਇਹਦਾ ਮਤਲਬ ਹੈਗਾ ਕਿ ਸਿਰਫ ਨੰਬਰ ਫਲੋਟ ਕਰਨ ਦੇ ਨਾਲ ਭ੍ਰਿਸ਼ਟਾਚਾਰ ਨਹੀਂ ਮੁੱਕਦਾ। ਹਾਂਜੀ ਹਾਂਜੀ। ਦੂਸਰੀ ਚੀਜ਼ ਇਹ ਹੈਗੀ ਹੈ, ਇਹ ਵੀ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ ਭ੍ਰਿਸ਼ਟਾਚਾਰ ਜਿਹੜਾ ਹੈਗਾ ਇੰਨਾ ਡੀਪ ਰੂਟਡ ਹੋ ਚੁੱਕਿਆ ਹੈ ਸਾਡੇ ਸਮਾਜ ਦੇ ਵਿੱਚ, ਸਰਕਾਰੀ ਤੰਤਰ ਦੇ ਵਿੱਚ, ਕਿ ਤੁਸੀਂ ਉਸ ਤੇ ਬਿਨਾ ਅੱਗੇ ਵਧ ਹੀ ਨਹੀਂ ਸਕਦੇ ਸਰਕਾਰੀ ਉਹਦੇ ਵਿੱਚ ਕੰਮਾਂ ਕਾਰਾਂ ਵਾਸਤੇ। ਔਰ ਇਹਨੂੰ ਇਹ ਇੱਕ ਨਿਊ ਨਾਰਮਲ ਹੈ। ਇਹਨੂੰ ਲੋਕ ਵੀ ਐਕਸੈਪਟ ਕਰ ਚੁੱਕੇ ਹੈ ਔਰ ਅਧਿਕਾਰੀ ਵੀ ਐਕਸੈਪਟ ਕਰ ਚੁੱਕੇ ਹੈ ਕਿ ਨਹੀਂ ਵੀ ਇਹ ਤੇ ਬਿਨਾ ਤਾਂ ਗੱਡੀ ਅੱਗੇ ਨਹੀਂ ਵਧਣੀ। ਜਦ ਇੱਕ ਵਿਅਕਤੀ ਆਪਣਾ ਕੰਮ ਕਰਾਉਣ ਵਾਸਤੇ ਦੂਸਰਿਆਂ ਤੋਂ, ਆਪਣੇ ਨਾਲ ਦੇ ਹੀ ਹੈ ਉਹ ਵੀ, ਉਹਨਾਂ ਤੋਂ ਅੱਗੇ ਹੋ ਕੇ ਕੰਮ ਕਰਾਉਣ ਵਾਸਤੇ, ਪੈਸੇ ਦੇਣ ਵਾਸਤੇ ਤਿਆਰ ਹੈ ਔਰ ਅਧਿਕਾਰੀ ਲੈਣ ਵਾਸਤੇ ਤਿਆਰ ਹੈ, ਤਾਂ ਤੁਸੀਂ ਕਿੰਨੇ ਮਰਜ਼ੀ ਨੰਬਰ ਫਲੋਟ ਕਰ ਲਓ, ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਭ੍ਰਿਸ਼ਟਾਚਾਰ ਖਤਮ ਹੋਏਗਾ ਤੁਹਾਡੀ ਪਰਸਨਲ ਆਪਣੀ ਕਮਿਟਮੈਂਟ ਕਰਕੇ ਔਰ ਇਸ ਵਜ੍ਹਾ ਕਰਕੇ ਕਿ ਹਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ, ਜਿਹਦੀ ਕਿ ਸਾਡੇ ਬਹੁਤ ਘਾਟ ਹੈ। ਹਾਂਜੀ, ਇਸ ਕਰਕੇ ਹੀ ਅੱਜ ਦਾ ਜਿਹੜਾ ਹੈਗਾ ਦੇਖਿਆ ਕਿ ਇੱਕ AIG ਜਿਹੜਾ ਕਿ PPS ਆਫਿਸਰ ਹੈ, ਹਾਂਜੀ, ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਨਾਲ ਲੱਗਦੇ ਜਿਹੜੇ ਹੋਰ ਵੀ ਇੱਕ DSP ਤੇ ਇੱਕ SHO ਸ਼ਾਇਦ, ਉਹਨਾਂ ਦੇ ਉੱਪਰ ਵੀ ਕੇਸ ਦਰਜ ਹੋਇਆ ਹੈ। ਹਾਂਜੀ ਹਾਂਜੀ। ਤਾਂ ਉਹ 1 ਕਰੋੜ ਦਾ ਜਿਹੜਾ ਹੈਗਾ ਮਾਮਲਾ ਹੈ ਕਿ ਜੀ ਉਹ ਹੋਇਆ, ਇਹਦੇ ਪਰ ਵੀ ਇਨਕੁਆਇਰੀ ਹੋਏਗੀ। ਤਦੀ ਆਪਾਂ ਅੱਜ ਨਹੀਂ ਕਹਿ ਸਕਦੇ ਕਿ ਹੋਇਆ ਹੈ ਜਾਂ ਨਹੀਂ ਹੋਇਆ। ਲੇਕਿਨ ਇਹਦਾ ਮਤਲਬ ਇਹ ਹੈਗਾ ਕਿ ਇੱਕ ਕਿਹਾ ਜਾਂਦਾ ਹੈ ਕਿ ਬਿਨਾਂ ਅੱਗ ਤੋਂ ਕਦੇ ਧੂਆਂ ਨਹੀਂ ਹੁੰਦਾ। ਨਹੀਂ,
ਯਾਨੀ ਇਹ ਤਾਂ ਕਾਫੀ ਦੇਰ ਤੋਂ ਫਰਾਰ ਸੀਗਾ, ਅੱਜ ਮਹੀਨਾ ਕੁ ਹੋ ਗਿਆ ਜਦੋਂ ਕੇਸ ਦਰਜ ਹੋਇਆ ਸੀਗਾ ਜੀ। ਜਦੋਂ ਆਪਾਂ ਭ੍ਰਸ਼ਟਾਚਾਰ ਦੀ ਗੱਲ ਕਰਦੇ ਆ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਚੱਲ ਰਿਹਾ। ਇਹਦਾ ਹਾਂ ਮਤਲਬ ਹੈਗਾ ਕਿ ਸਰਕਾਰ ਦੀ ਜਿਹੜੀ ਮੁਹਿੰਮ ਹੈ ਉਹਦੇ ਉੱਪਰ ਕੁਐਸਚਨ ਕਰਨਾ ਲਾਜ਼ਮੀ ਬਣਦਾ ਹੈ। ਤੁਸੀਂ ਹੁਣ 6 ਮਹੀਨੇ ਹੋ ਗਏ, 6 ਮਹੀਨੇ ਤੋਂ ਜ਼ਿਆਦਾ ਹੋ ਗਏ ਸਰਕਾਰ ਦੇ ਵਿੱਚ ਆਇਆਂ ਨੂੰ, ਆਪਾਂ ਇਹ ਕਹੀਏ ਕਿ ਨਹੀਂ ਜੀ ਹਜੇ ਤਾਂ ਸਾਨੂੰ ਟਾਈਮ ਦਿਓ, ਹਜੇ ਤਾਂ ਸਾਨੂੰ ਟਾਈਮ ਦਿਓ। ਔਰ ਤੁਸੀਂ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਸ਼ਟਾਚਾਰ ਅਸੀਂ 10 ਦਿਨਾਂ 'ਚ ਖਤਮ ਕਰਤਾ। ਹਾਂਜੀ, ਤੇ ਉਹ ਜਿਹੜਾ ਹੈਗਾ ਉਹ ਜਿਹੜੀਆਂ ਬੜਕਾ ਮਾਰਨ ਵਾਲੀ ਗੱਲ ਹੈ, ਨਹੀਂ ਉਹ ਸਿਰਫ ਉਨੀ ਉਹਨਾਂ ਹੈ। ਦਾ ਡਾਕਟਰ ਸਾਹਿਬ ਇਹ ਵੀ ਕਿਹਾ ਵੀ ਸਾਡੇ ਆਉਂਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ, ਨਸ਼ੇ ਖਤਮ ਹੋ ਜਾਣਗੇ। ਨਾ ਨਸ਼ੇ ਰੁਕੇ ਹੈ, ਉਹਦੇ 'ਚ ਵੀ ਰੋਜ਼ ਓਵਰਡੋਜ਼ ਨਾਲ ਨੌਜਵਾਨ ਮਰ ਰਹੇ, ਤੇ ਦੂਜੇ ਪਾਸੇ ਜਿਹੜੀਆਂ ਕਿਸਾਨਾਂ ਦੀਆਂ ਵੀ ਖੁਦਕੁਸ਼ੀਆਂ ਹੋ ਰਹੀਆਂ। ਜੰਮੂ ਸਾਹਿਬ ਕਿਸੇ ਵੀ ਪਾਰਟੀ ਕੋਲ, ਕਿਸੇ ਵੀ ਲੀਡਰ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਹਾਂਜੀ, ਜਿਹਦੇ ਨਾਲ ਉਹ ਸਾਰਾ ਕੁਝ ਕਰ ਸਕਦਾ ਹੈ ਕਿ ਹਰ ਚੀਜ਼ ਜਿਹੜੀ ਹੈਗੀ ਹੈ ਮਤਲਬ ਸਾਡੀ ਧਰਤੀ ਜਿਹੜੀ ਹੈਗੀ ਹੈ ਉਹ ਜੰਨਤ ਬਣ ਜੂਗੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਜਿਹੜੇ ਲੀਡਰ ਹੈ ਉਹ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਜਿਹੜੇ ਕਲੇਮ ਤੇ ਪ੍ਰਤੀ ਕਲੇਮ ਕਰਦੇ ਹੈ, ਔਰ ਇਹ ਲੋਕਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਸਾਰਾ ਜਿੰਨਾ ਵੀ ਹੈ ਬੁਰੇ ਕੰਮ ਉਹ ਸਿਰਫ ਇਹ ਮੈਂ ਬਸ ਕੁਰਸੀ ਤੇ ਬੈਠਿਆ ਨਹੀਂ ਤੇ ਸਾਰਾ ਕੁਝ ਖਤਮ ਹੈ। ਔਰ ਇਹ ਸਾਰਾ ਪੌੜਾ ਜਿਹੜਾ ਹੈਗਾ ਆਪੋਜੀਸ਼ਨ ਨੇ ਪਾਇਆ ਹੋਇਆ, ਕੱਲ ਨੂੰ ਆਪੋਜੀਸ਼ਨ ਪਾਵਰ ਚ ਆਏਗੀ ਉਹ ਵੀ ਸੇਮ ਰਾਗ ਲਾਪੇਗੀ। ਇਹਦਾ ਮਤਲਬ ਹੈਗਾ ਕਿ ਤੁਸੀਂ ਕਿਤੇ ਨਾ ਕਿਤੇ ਸੀਰੀਅਸਨੈਸ ਦੀ ਘਾਟ ਹੈਗੀ ਹੈ, ਔਰ ਲੋਕਾਂ ਦੇ ਵਿੱਚ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਕਮਿਟਮੈਂਟ ਦੀ ਵੀ ਘਾਟ ਹੈਗੀ ਹੈ। ਮੈਂ ਲੋਕਾਂ ਨੂੰ ਵੀ ਇਨਵੋਲਵ ਕਰਕੇ ਚੱਲੂਗਾ, ਹਾਂਜੀ, ਕਿਉਂਕਿ ਅਗਰ ਲੋਕ ਭ੍ਰਸ਼ਟਾਚਾਰੀਆਂ ਨੂੰ ਰਿਸ਼ਵਤ ਦੇਣਾ ਜਾਂ ਹੋਰ ਕੰਮ ਕਰਨਾ ਬੰਦ ਕਰ ਦੇਣਗੇ ਤਾਂ ਨੈਚੁਰਲੀ ਉਹਦਾ ਅਸਰ ਵੀ ਹੋਏਗਾ। ਲੇਕਿਨ ਉਹ ਚੀਜ਼ਾਂ ਨਹੀਂ ਹੋ ਰਹੀਆਂ। ਲੋਕ ਕੰਮ ਕਰਾਉਣਾ ਚਾਹੁੰਦੇ ਆ, ਸਰਕਾਰੀ ਅਧਿਕਾਰੀ ਕੰਮ ਕਰਨਾ ਚਾਹੁੰਦੇ ਆ ਪੈਸੇ ਲੈ ਕੇ, ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਹੈਗੀ ਹੈ ਜਾਂ ਸਰਕਾਰ ਦੇ ਟੈਲੀਫੋਨ ਨੰਬਰ ਜਾਂ ਸਰਕਾਰ ਦੀਆਂ ਬੜਕਾਂ ਜਾਂ ਸਰਕਾਰ ਦੇ ਜਿਹੜੇ ਵਾਅਦੇ ਜਾਂ ਦਾਅਵੇ, ਉਹ ਸਾਰੇ ਤਾਂ ਇੱਕ ਨੋਰਮ ਰੂਟੀਨ ਬਣ ਜਾਂਦੀ ਹੈ ਕਿ ਇਲੈਕਸ਼ਨ ਦੀ ਰੈਲੀ ਦੇ ਵਿੱਚ ਜਾਂ ਵੋਟਾਂ ਲੈਣ ਵਾਸਤੇ ਅਸੀਂ ਇਸ ਤਰ੍ਹਾਂ ਦੇ ਭਾਸ਼ਣਬਾਜ਼ੀ ਕਰੀਏ। ਲੇਕਿਨ ਗਰਾਊਂਡ ਦੇ ਉੱਪਰ ਸਿਚੁਏਸ਼ਨ ਡਿਫਰੈਂਟ ਹੈ, ਉਹ ਆਪਾਂ ਦੇਖ ਰਹੇ ਹਾਂ, ਬਿਲਕੁਲ ਡਿਫਰੈਂਟ ਸਿਚੁਏਸ਼ਨ। ਤੇ ਇਹਦਾ ਡਾਕਟਰ ਸਾਹਿਬ ਵੇ ਆਊਟ ਕੀ ਹੋਏਗਾ? ਕਿਵੇਂ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਕਿ ਸਰਕਾਰ ਨੇ ਵਾਰ-ਵਾਰ ਵਾਅਦੇ ਕੀਤੇ ਸੀ ਵੀ ਅਸੀਂ ਖਤਮ ਕਰ ਦਿਆਂਗੇ, ਫਲਾਣਾ ਕਰ ਦਿਆਂਗੇ, ਉਹ ਕਿਵੇਂ ਲੋਕਾਂ ਦਾ ਭਰੋਸਾ ਨਹੀਂ ਟੁੱਟੇਗਾ ਇਹਦੇ ਨਾਲ, ਜਾਂ ਟੁੱਟਣਾ ਦੇਖੋ ਸ਼ੁਰੂ ਜੀ, ਹੋ ਗਿਆ? ਲੋਕਾਂ ਦਾ ਭਰੋਸਾ ਜਿਹੜਾ ਤਾਂ ਬਹੁਤ ਹੀ ਗਰੀਬ ਆਦਮੀ ਹੈ ਜੰਮੂ ਸਾਹਿਬ, ਜਿਹਦੇ ਕੋਲ ਚਵਾਨੀ ਵੀ ਦੇਣ ਨੂੰ ਨਹੀਂ ਹੈ, ਉਹ ਪਿਸਦਾ ਅਸਲੀ ਤਾਂ। ਜਿਹੜਾ ਹਾਂਜੀ, ਅਪਰ ਮਿਡਲ ਕਲਾਸ ਹੈ ਜਾਂ ਰਿਚ ਹੈ, ਉਹ ਕਹਿੰਦਾ ਕੰਮ ਕਰਾਓ ਤੇ ਅੱਗੇ ਤੁਰੋ, ਪੈਸੇ ਦੱਸ ਕਿੰਨੇ ਚਾਹੀਦੇ ਆ। ਹਾਂਜੀ, ਤਾਂ ਉਹ ਅਸਲ ਉਹ ਲੋਕ ਜਿਹੜੇ ਹੈਗੇ ਆ ਭ੍ਰਸ਼ਟਾਚਾਰ ਜਿਹੜੇ ਹੈਗੇ ਆ ਸਮਾਜ ਨੂੰ ਮੁਕਤ ਨਹੀਂ ਦੇਖਣਾ ਚਾਹੁੰਦੇ। ਦੂਸਰੇ ਪਾਸੇ ਉਹ ਪ੍ਰਲੋਭੀ ਸਰਕਾਰੀ ਅਫਸਰ ਜਿਹੜੇ ਸੋਚਦੇ ਆ ਵੀ ਮੇਰੀ ਤਨਖਾਹ ਤਾਂ ਜਿਹੜੀ ਹੈਗੀ ਹੈ ਤਾਂ ਸਿਰਫ ਬੋਨਸ ਹੈ, ਬਾਕੀ ਅਸਲ ਤਾਂ ਆਮਦਨੀ ਉੱਪਰਲੀ ਹੈ। ਅਗਰ ਉਹ ਜਿਹੜੇ ਹੈਗੇ ਆ ਉਹ ਉਧਰ ਅੜੇ ਹੋਏ ਆ, ਉਧਰ ਜਿਹੜੇ ਰਿਸ਼ਵਤ ਦੇਣ ਵਾਲੇ ਆ ਉਹ ਉਹਨਾਂ ਨੇ ਬੋਰੀਆਂ ਖੋਲੀਆਂ ਹੋਈਆਂ ਤੇ ਰਲ ਮਿਲ ਕੇ ਚੱਲ ਰਿਹਾ। ਆਮ ਆਦਮੀ, ਗਰੀਬ ਆਦਮੀ ਜਦ ਉਹਦਾ ਵੀ ਕੰਮ ਨਹੀਂ ਹੁੰਦਾ ਉਹ ਤੜਫਦਾ ਹੈ। ਸਭ ਤੋਂ ਵੱਡਾ ਦੁਖਾਂਤ ਜਿਹੜਾ ਹੈਗਾ ਭ੍ਰਸ਼ਟਾਚਾਰ ਦਾ ਉੱਥੇ ਨਜ਼ਰ ਆਉਂਦਾ ਹੈ। ਬਾਕੀ ਉੱਪਰ ਸਾਰਾ ਕੁਝ ਚੱਲੀ ਜਾ ਰਿਹਾ ਹੈ, ਕੋਈ ਕਿੰਨਾ ਮਰਜ਼ੀ ਕਲੇਮ ਕਰੀ ਚੱਲੇ, ਕੋਈ ਕੁਝ ਕਹੀ ਚੱਲੇ, ਲੇਕਿਨ ਮੈਂ ਤੁਹਾਨੂੰ ਦੱਸਦਾ ਵੀ ਛੋਟੀ ਛੋਟੀ ਗੱਲ ਦੇ ਹਾਂਜੀ, ਉੱਪਰ ਕਾਇੰਡ ਦੇ ਵਿੱਚ ਤੇ ਕੈਸ਼ ਦੇ ਵਿੱਚ ਸਾਰੇ ਕੰਮ ਹੁੰਦੇ ਆ। ਔਰ ਲੋਕ ਜਿਹੜੇ ਹੈਗੇ ਆ, ਇਹ ਵੀ ਆਮ ਮਸ਼ਹੂਰ ਹੋ ਗਿਆ ਕਿ ਜੀ ਭ੍ਰਸ਼ਟਾਚਾਰੀ ਉਹ ਨਹੀਂ ਹੈ ਜਿਹਨੂੰ ਮੌਕਾ ਨਹੀਂ ਮਿਲਿਆ। ਹਾਂਜੀ, 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 ਨਹੀਂ ਤਾਂ ਜਿਹਨੂੰ ਮੌਕਾ ਮਿਲਦਾ ਸਾਰਾ ਕਰਦਾ ਹੀ ਹੈ ਜੀ। ਠੀਕ, ਤਾਂ ਇੱਕ ਟਾਈਮ ਐਸਾ ਹੁੰਦਾ ਸੀਗਾ ਕਿ ਕੋਈ ਬੰਦਾ ਭ੍ਰਸ਼ਟਾਚਾਰ ਦੀ ਹੁੰਦਾ ਸੀਗਾ, ਪਤਾ ਲੱਗ ਜਾਂਦਾ ਥਾ, ਸਮਾਜ ਦੇ ਵਿੱਚ ਉਹ ਮੂੰਹ ਦਿਖਾਉਣ ਜੋਗਾ ਨਹੀਂ ਹੁੰਦਾ ਸੀਗਾ, ਲੁਕਦੇ ਸੀਗੇ। ਅੱਜ ਉਹ ਸ਼ਰੇਆਮ ਹੈ, ਉਹ ਕਹਿੰਦੇ ਵੀ ਕਿਸੇ ਦਾ ਕੀ ਕਰ ਲਿਆ, ਅਸੀਂ ਕੀ ਕਰਨਾ ਹੈ, ਆਪਣਾ ਸਾਰਾ ਕੁਝ ਚੱਲ ਰਿਹਾ ਹੈ। ਔਰ ਉਸ ਬਹਿੰਦੀ ਗੰਗਾ ਦੇ ਵਿੱਚ ਸਾਰੇ ਹੱਥ ਧੋ ਰਹੇ ਹੈ। ਪੋਲੀਟੀਕਲ ਪਾਰਟੀਆਂ ਜਾਂ ਲੀਡਰ ਆਪਣੇ ਦਾਅਵੇ ਤੇ ਵਾਅਦੇ ਕਰੀ ਜਾ ਰਹੀ ਹੈ। ਜਿਹੜਾ ਆਮ ਜਨਤਾ ਜਿਹੜਾ ਪੈਸਾ ਦੇ ਸਕਦਾ ਉਹ ਪੈਸਾ ਦੇ ਕੇ ਕੰਮ ਕਰਵਾ ਰਿਹਾ ਹੈ, ਔਰ ਜਿਹੜਾ ਸਰਕਾਰੀ ਤੰਤਰ ਹੈ ਉਹ ਸਾਰਾ ਇਹ ਕਰ ਰਿਹਾ ਹੈ। ਇਹ ਮੈਂ ਨਹੀਂ ਕਹਿ ਰਿਹਾ ਕਿ ਸਾਰੇ ਇਹੋ ਜਿਹੇ ਹੈ, ਬਹੁਤ ਬੰਦੇ ਐਸੇ ਹੈ ਸਰਕਾਰੀ ਤੰਤਰ ਦੇ ਵਿੱਚ ਵੀ ਜਿਹੜੇ ਭ੍ਰਸ਼ਟਾਚਾਰੀ ਨਹੀਂ ਹਨ,
ਹਾਂਜੀ ਹਾਂਜੀ ਲੇਕਿਨ ਉਹਨਾਂ ਦੇ ਸਿਰ ਤੇ ਦਫ਼ਤਰ ਚੱਲਦੇ ਆ, ਉਹਨਾਂ ਦੇ ਸਿਰ ਤੇ ਸਰਕਾਰਾਂ ਚੱਲਦੀਆਂ। ਐਟ ਦਾ ਸੇਮ ਟਾਈਮ ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ। ਜਿਹੜੇ ਕਹਿੰਦੇ ਵੀ ਪੈਸਾ ਆਉਂਦਾ ਕਿਸੇ ਨੂੰ ਕੀ ਮਾੜਾ ਲੱਗਦਾ, ਕੰਮ ਇਹ ਮੈਨੇ ਫੇਰ ਵੀ ਕਰਨਾ, ਹੁਣ ਵੀ ਕਰਨਾ, ਇਸ ਕਰਕੇ ਮੈਂ 2 ਦਿਨ ਪਹਿਲਾਂ ਕਰਕੇ 4 ਪੈਸੇ ਜੇਬ 'ਚ ਪਾਵਾਂ। ਉਹ ਠੀਕ ਚੀਜ਼ ਜਿਹੜੀ ਸੋਚ ਹੈ, ਉਹ ਸੋਚ ਨੇ ਸਾਨੂੰ ਇੱਕ ਤਰ੍ਹਾਂ ਐਥੀਕਲੀ ਬਹੁਤ ਕਮਜ਼ੋਰ ਕਰਤਾ ਹੈ, ਜਿਹਦੀ ਆਪਾਂ ਸਾਰੇ ਸਮਾਜ ਦੇ ਵਿੱਚ ਦੇਖਦੇ ਹਾਂ। ਤੁਸੀਂ ਕਹਿੰਦੇ ਹੋ ਵੀ ਇਹਦਾ ਕਰ ਕੀ ਸਕਦੇ ਹਾਂ? ਸਰਕਾਰ ਨੂੰ ਸਖਤ ਹੋਣ ਦੀ ਲੋੜ ਹੈ। ਸਰਕਾਰ ਨੂੰ ਜਿਹੜਾ ਹੈਗਾ, ਅਗਰ ਕਿਤੇ ਵੀ ਹੁਣ ਜਿਵੇਂ ਤੁਸੀਂ ਕਿਹਾ ਵੀ ਇੰਨੇ ਲੱਖ ਸ਼ਿਕਾਇਤਾਂ ਆ ਗਈਆਂ, ਸਰਕਾਰ ਜਿਹੜੀ ਹੈਗੀ ਆ ਉਹਨਾਂ ਪਰ ਐਕਸ਼ਨ ਕਿਉਂ? ਕੁਝ ਇੱਕ ਤੇ ਉੱਪਰ ਐਕਸ਼ਨ ਹੋਇਆ ਵੀ ਹੈ, ਨਾ, ਲੇਕਿਨ ਉਵੇਂ ਤਾਂ ਇੱਕ ਆਈਐਸ ਅਫਸਰ ਵੀ ਅੰਦਰ ਕੀਤਾ ਜਿਹਦੇ ਕੋਲੋਂ ਕਾਫੀ ਲੇਕਿਨ ਮਾਤਰਾ 'ਚ ਸੋਨਾ ਜੀ ਮਿਲਿਆ, ਜੀ ਪੈਸੇ ਮਿਲੇ ਆ। ਬਿਲਕੁਲ ਬਿਲकुल ਬਿਲकुल। ਲੇਕਿਨ ਇਹ ਦਾ ਸਿਰਫ ਟਿਪ ਆਫ ਦਾ ਆਈਸਬਰਗ ਹੈ ਜੀ। ਹਾਂਜੀ ਹੋਰ ਬੜਾ ਕੁਝ ਕਰਨਾ ਬਾਕੀ ਹੈ, ਔਰ ਜਨਤਾ ਨੂੰ ਵੀ ਇਹਦੇ ਵਿੱਚ ਆਪਣੇ ਆਪ ਨੂੰ ਸੁਧਾਰਨਾ ਪਏਗਾ। ਅਦਰਵਾਈਜ਼ ਸਮਾਜ ਜਿਸ ਤਰੀਕੇ ਦੇ ਨਾਲ ਖੋਖਲਾ ਹੋ ਚੁੱਕਿਆ ਭ੍ਰਸ਼ਟਾਚਾਰ ਦੀ ਵਜ੍ਹਾ ਕਰਕੇ, ਚਾਹੇ ਉਹ ਭ੍ਰਸ਼ਟਾਚਾਰ ਕਿਸੇ ਵੀ ਤਰ੍ਹਾਂ ਦਾ ਹੈ, ਚਾਹੇ ਉਹ ਪੈਸੇ ਲੈ ਕੇ ਹੈ, ਰਿਸ਼ਵਤਖੋਰੀ ਹੈ, ਚਾਹੇ ਉਹ ਮੈਂ ਆਪਣਾ ਕੰਮ ਨਾ ਕਰਾਂ, ਉਹ ਵੀ ਭ੍ਰਸ਼ਟਾਚਾਰ ਹੈ। ਕੋਈ ਵੀ ਵਿਅਕਤੀ ਕੋਈ ਦਵਾਈਆਂ ਵੇਚਦਾ ਹੈ ਸਰਕਾਰੀ ਉਹਨਾਂ ਦੀਆਂ ਡਿਸਪੈਂਸਰੀਆਂ ਦੇ, ਉਹ ਵੀ ਭ੍ਰਸ਼ਟਾਚਾਰ ਹੈ। ਯਾਨੀ ਕੈਸ਼ ਔਰ ਕਾइंड ਦੋਨਾਂ ਦੇ ਵਿੱਚ, ਈਵਨ ਹਾਂਜੀ ਟਾਈਮ ਦੇ ਵਿੱਚ, ਠੀਕ ਜਿਹੜਾ ਕੋਈ ਸਰਕਾਰੀ ਏਮਪਲਾਈ ਦਫ਼ਤਰ ਵੜਦਾ ਹੀ ਨਹੀਂ ਹੈ, ਉਹ ਸਾਰਾ ਦਿਨ ਆਪਣੇ ਪ੍ਰਾਈਵੇਟ ਕੰਮ ਕਰਦਾ ਫਿਰਦਾ ਰਹਿੰਦਾ, ਉਹ ਵੀ ਭ੍ਰਸ਼ਟਾਚਾਰ ਹੈ। ਹਾਂਜੀ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਉੱਪਰ ਦੇਖਣ ਦੀ ਲੋੜ ਹੈ। ਸਰਕਾਰ ਨੇ ਕਈ ਕੰਮ ਕੀਤੇ ਵੀ ਹੈ, ਜਿਵੇਂ ਕਿ ਲੋਕਾਂ ਨੇ ਪੀਆਰ ਲੈਤੀ ਹੋਈ ਹੈ ਕੈਨੇਡਾ ਅਮਰੀਕਾ ਦੀ, ਤੇ ਇੱਥੇ ਨੌਕਰੀਆਂ ਵੀ ਕਰੀ ਜਾਂਦੇ ਆ। ਹਾਂਜੀ ਤਾਂ ਇਸ ਤਰ੍ਹਾਂ ਦੇ ਉਹ ਵੀ ਭ੍ਰਸ਼ਟਾਚਾਰ ਹੈ। ਤੇ ਠੀਕ। ਉਹ ਹਰ ਸਪੌਟ ਤੇ ਸਰਕਾਰ ਨੂੰ ਜਾਂ ਸਰਕਾਰ ਦੇ ਅਧਿਕਾਰੀ ਹੈ ਉਹਨਾਂ ਨੂੰ ਦੇਖਣਾ ਪਏਗਾ, ਔਰ ਜਨਤਾ ਨੂੰ ਵੀ ਉਹਦੇ ਵਿੱਚ ਸਹਿਯੋਗ ਦੇਣਾ ਪਏਗਾ, ਅਦਰਵਾਈਜ਼ ਭ੍ਰਸ਼ਟਾਚਾਰ ਖਤਮ ਨਹੀਂ ਹੋ ਸਕਦਾ। ਸੋ ਡਾਕਟਰ ਸਾਹਿਬ, ਇਹ ਤੋਂ ਅੱਗੇ ਵਧਦੇ ਹਾਂ। ਅੱਜ ਪੰਜਾਬ ਦੇ ਕਿਸਾਨਾਂ ਦੀਆਂ ਕਈ ਜਥੇਬੰਦੀਆਂ ਦੀ ਮੀਟਿੰਗ ਸੀਗੀ। ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ, ਉਹਨਾਂ ਦੀ ਅਗਵਾਈ 'ਚ ਹੋਈ। ਉਹਦੇ ਵਿੱਚ ਕੁਝ ਜੀ ਮਸਲਿਆਂ ਤੇ ਸਹਿਮਤੀ ਬਣ ਗਈ ਹੈ, ਕੁਝ ਤੇ ਨਹੀਂ ਬਣੀ। ਖਾਸ ਕਰਕੇ ਪਰਾਲੀ ਦੇ ਮਾਮਲੇ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਵੀ ਸਰਕਾਰ ਨੇ ਮੰਨਿਆ ਵੀ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਰੈੱਡ ਐਂਟਰੀਆਂ ਨਹੀਂ ਕਰਾਂਗੇ, ਜਿਹੜਾ ਰੈਵਨਿਊ ਰਿਕਾਰਡ ਹੈ ਉਹ ਤੋਂ ਇਲਾਵਾ ਅਰੈਸਟ ਨਹੀਂ ਕਰਾਂਗੇ, ਕੁਝ ਕੇਸ ਨਹੀਂ ਬਣਾਵਾਂਗੇ, ਇਹੋ ਜਿਹੀਆਂ ਕੋਈ ਗੱਲਾਂ ਨਹੀਂ ਕਰਾਂਗੇ। ਪਰ ਪਰਾਲੀ ਦਾ ਜੀ ਹੱਲ ਕਿਵੇਂ ਹੋਏ, ਕਿਵੇਂ ਇਹ ਮਸਲੇ ਨੂੰ ਅੱਗੇ ਨਿਪਟਾਇਆ ਜਾਵੇ, ਕਿਉਂਕਿ ਪ੍ਰਦੂਸ਼ਣ ਦਾ ਮਾਮਲਾ ਆਉਣਾ ਹੈ ਤੇ ਇਹਦੇ ਤੇ ਸਰਕਾਰ ਕੀ ਕਰੇਗੀ? ਸਰਕਾਰ ਆਪ ਖੁਦ ਪੈਸੇ ਕੇਂਦਰ ਤੋਂ ਮੰਗ ਰਹੀ ਹੈ, ਕੇਂਦਰ ਵਾਲੇ ਹਾਮੀ ਨਹੀਂ ਭਰ ਰਹੇ। ਇਹ ਇੱਕ ਟੇਢਾ ਮਾਮਲਾ ਬਣਿਆ ਹੋਇਆ ਤੇ ਇਹ ਕਈ ਹੋਰ ਮਾਮਲਿਆਂ ਨੂੰ ਲੈ ਕੇ ਜਿਹੜੀ ਕੱਲ ਨੂੰ ਇੱਕ ਹੋਰ ਜਥੇਬੰਦੀ, ਉਗਰਾਹਾਂ ਜਥੇਬੰਦੀ, ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਮਿਲਣਾ 11 ਵਜੇ। ਉਹਨਾਂ ਦਾ ਟਾਈਮ ਤੈਅ ਹੈ, 11 ਵਜੇ ਦਾ ਟਾਈਮ ਹੈ, 11:30 ਮੀਟਿੰਗ ਹੋ ਜਾਏਗੀ। ਇਹ ਜਿਹੜੇ ਮਸਲੇ ਆ ਕਿਸਾਨੀ ਦੇ ਮਸਲੇ ਨੂੰ, ਉਹਨਾਂ ਕਿਹਾ ਵੀ ਜਿਹੜੀ ਚੀਜ਼ਾਂ ਨੂੰ ਸੁੰਡੀ ਪੈ ਗਈ ਸੀਗੀ, ਜਿਵੇਂ ਇੱਕ ਲਾਗ ਦੀ ਬਿਮਾਰੀ ਝੋਨੇ ਨੂੰ ਲੱਗੀ ਸੀ, ਝੋਨਾ ਖਰਾਬ ਹੋਇਆ, ਫਿਰ ਮੀਂਹ ਪੈ ਗਏ, ਉਹਦੇ ਨਾਲ ਝੋਨਾ ਦੀ ਫਸਲ ਖਰਾਬ ਹੋਈ, ਮੂੰਗੀ ਦੀ ਫਸਲ ਖਰਾਬ ਹੋਈ। ਕਈ ਮਾਮਲਿਆਂ ਤੇ ਉਹਨਾਂ ਨੇ ਮੰਗ ਕੀਤੀ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਜਲਦੀ ਮੁਆਵਜ਼ਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜਿਹੜੀ ਕਿਸਾਨਾਂ ਨੇ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀਗੀ, ਉਹਨਾਂ ਲਈ 16 ਕਰੋੜ ਪਹਿਲਾਂ ਜਾਰੀ ਕਰ ਦਿੱਤਾ ਗਿਆ। ਰਹਿੰਦਾ ਵੀ ਜਿਹੜਾ 12 ਕਰੋੜ ਆ, ਸਰਕਾਰ ਨੇ ਕਿਹਾ ਵੀ ਅਸੀਂ 1 ਹਫ਼ਤੇ ਦੇ ਅੰਦਰ ਅੰਦਰ ਜਾਰੀ ਕਰ ਦੇਣਾ। ਇਸ ਤਰੀਕੇ ਨਾਲ ਕੁਝ ਮਸਲੇ ਹੱਲ ਹੋਏ। ਪਰ ਜਿਹੜੀ ਦੂਜੀ ਜਥੇਬੰਦੀ ਨੇ ਮਿਲਣਾ, ਉਹਨਾਂ ਨੇ ਕੋਈ ਹੋਰ ਮਾਮਲੇ ਆ ਉਠਾਉਣੇ ਆ। ਤੁਸੀਂ ਇਹਨਾਂ ਸਾਰੇ ਮਾਮਲਿਆਂ ਨੂੰ ਕਿਵੇਂ ਦੇਖਦੇ ਹੋ, ਕਿਸਾਨਾਂ ਦੇ ਨੂੰ? ਜੰਮੂ ਸਾਹਿਬ, ਸਭ ਤੋਂ ਪਹਿਲੀ ਤਾਂ ਮੰਦਭਾਗੀ ਗੱਲ ਇਹ ਹੈਗੀ ਹੈ ਕਿ ਕਿਸਾਨ ਜਥੇਬੰਦੀਆਂ ਇੰਨੀਆਂ ਦੋ ਫਾੜ ਹੋਈਆਂ ਨੇ ਹਾਂਜੀ ਕਿ ਉਹਨਾਂ ਨੂੰ ਸੈਪਰੇਟ ਮਿਲਣਾ ਪੈ ਰਿਹਾ। ਹਾਂਜੀ ਹਾਂਜੀ ਇੱਕ ਕਿਸਾਨ ਜਥੇਬੰਦੀ ਦੀ ਜਿਹੜੀ ਡਿਮਾਂਡਸ ਹੈ ਦੂਜੇ ਨਾਲੋਂ ਅਲੱਗ ਨਹੀਂ ਹਨ। ਹਾਂਜੀ ਕਿਸਾਨ ਉਹੀ ਹੈ, ਕਿਸਾਨ ਦੀਆਂ ਸਮੱਸਿਆਵਾਂ ਉਹੀ ਹੈ। ਬਿਲਕੁਲ। ਦੇਖੋ, ਜਿਹੜਾ ਤੁਸੀਂ ਸਿੰਘੂ ਬਾਰਡਰ ਦੇ ਉੱਪਰ ਕਾਮਯਾਬੀ ਕਿਸਾਨਾਂ ਨੇ ਲੈਤੀ, ਉਹ ਯੂਨਿਟੀ ਦੀ ਵਜ੍ਹਾ ਕਰਕੇ ਲੈਤੀ। ਬਿਲਕੁਲ ਜੀ, 100% ਅਗਰ ਤੁਹਾਡੇ ਉਹ ਨਾਲ ਯੂਨਿਟੀ ਐਗਰੀ ਨਾ ਕਰਦੇ ਹੁੰਦੀ, ਹਾਂ। ਅਗਰ ਉਹ ਯੂਨਿਟੀ ਨਾ ਹੁੰਦੀ, ਸੈਂਟਰ ਗਵਰਨਮੈਂਟ ਨੇ ਕਦੇ ਵੀ ਉਹ ਤਿੰਨੇ ਕਾਨੂੰਨ ਵਾਪਸ ਨਹੀਂ ਲੈਣੇ ਸੀਗੇ। ਹਾਂਜੀ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਆਪ ਹੀ ਇਹ ਗੱਲ ਦੱਸੀ ਹੈ ਕਿ ਇੱਕ ਜਿਹੜਾ ਹੈਗਾ ਗਰੁੱਪ ਕਿਸਾਨਾਂ ਦਾ, ਡੱਲੇਵਾਲ ਮੇਰਾ ਖਿਆਲ ਹੈ, ਹਾਂਜੀ ਹਾਂਜੀ ਜਗਜੀਤ ਉਹ ਸਿੰਘ ਗਰੁੱਪ ਡੱਲੇਵਾਲ। ਅੱਜ ਜਿਹੜੀਆਂ ਸਮੱਸਿਆਵਾਂ ਦਾ ਕੋਈ ਹੱਲ ਜਾਂ ਆਸ਼ਵਾਸਨ ਹੋ ਗਿਆ, ਤਾਂ ਹਾਂਜੀ ਦੂਜੀ ਜਿਹੜੀ ਜਥੇਬੰਦੀ ਉਹ ਕੀ ਕਰਨ ਆ ਰਹੀ ਹੈ? ਬਜਾਏ ਇਸ ਦੇ
ਕਿ ਤੁਸੀਂ ਇਕੱਠੇ ਹੋ ਕੇ ਆਪਣੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਓ ਜਿਹੜੀ ਕਿ ਸਰਕਾਰ ਨਾਲ ਗੱਲ ਕਰੇ, ਤੇ ਹਾਂਜੀ ਤੁਸੀਂ ਜਿਹੜਾ ਹੈਗਾ ਅਲੱਗ-ਅਲੱਗ ਮਿਲ ਰਹੇ ਹੋ ਔਰ ਇਸ਼ੂ ਸੇਮ ਹੈ। ਇਹਦਾ ਹਾਂਜੀ ਮਤਲਬ ਤੁਸੀਂ ਆਪਣਾ ਵੀ ਟਾਈਮ ਖਰਾਬ ਕਰ ਰਹੇ ਹੋ, ਸਰਕਾਰ ਦਾ ਵੀ ਖਰਾਬ ਕਰ ਰਹੇ ਹੋ, ਔਰ ਸਿਰਫ ਫੋਕੀ ਆਪਣੀ ਚੌਧਰ ਕਰਕੇ ਕਿ ਹਾਂਜੀ ਜੀ ਮੈਂ ਇਸ ਉਹਦਾ ਹੈਗਾ ਪ੍ਰਤੀਨਿਧੀ ਕਿਸਾਨ ਜਥੇਬੰਦੀ ਦਾ ਇਸ ਦਾ। ਹੁਣ ਮੈਂ ਮਾਮਲੇ ਗੱਲ ਕਰਨਾ ਇਸ਼ੂਜ਼ ਦੇ ਉੱਪਰ। ਹਾਂਜੀ ਇਸ਼ੂਜ਼ ਦੇ ਉੱਪਰ ਜਿਹੜੀ ਹੈਗੀ ਆ, ਕੁਝ ਇਸ਼ੂਜ਼ ਤੁਸੀਂ ਦੱਸਿਆ ਵੀ ਹੈ ਕਿ ਕੁਝ ਇਸ਼ੂਜ਼ ਦੇ ਉੱਪਰ ਕੋਈ ਸਹਿਮਤੀ ਬਣੀ ਹੈ। ਉਹ ਹਾਂਜੀ ਸਹਿਮਤੀ ਜਦ ਹੁੰਦੀ ਹੈ ਜਿਸ ਵੇਲੇ ਕੋਈ ਨੋਟੀਫਿਕੇਸ਼ਨ ਨਿਕਲ ਜਾਂਦਾ ਹੈ। ਠੀਕ ਕਿਉਂਕਿ ਜਿਸ ਵੇਲੇ ਕੋਈ ਸਹਿਮਤੀ ਸਰਕਾਰ ਜਾਂ ਮੰਤਰੀ ਕੋਈ ਕਰਦਾ ਹੈ, ਫਿਰ ਉਹ ਬਿਊਰੋਕਰੇਟਸ ਨਾਲ ਬੈਠ ਕੇ ਗੱਲ ਕਰਦੇ हैं, ਜਾਂ ਅਗਰ ਬਿਊਰੋਕਰੇਟਸ ਵਿੱਚ ਬੈਠੇ हैं ਫਿਰ ਉਹਦੀ ਕੋਈ ਲੀਗਲ ਪੋਜੀਸ਼ਨ ਦੇਖਦੇ हैं, ਉਸ ਤੋਂ ਬਾਅਦ ਆਪਣਾ ਉਹ ਕਰਦੇ हैं। ਜਦ ਤੱਕ ਨੋਟੀਫਿਕੇਸ਼ਨ ਨਹੀਂ ਹੁੰਦਾ ਉਸ ਵੇਲੇ ਤੱਕ ਆਪਾਂ ਇਹ ਕਹਿ ਸਕਦੇ ਹਾਂ ਕਿਸਾਨ ਨੇ ਮੰਗਾਂ ਮੰਨ ਲਈਆਂ। ਹਾਂਜੀ ਜਿਹੜੀ ਪਰਾਲੀ ਦੀ ਜਿੱਥੇ ਤੱਕ ਗੱਲ ਹੈ, ਤੁਸੀਂ ਕਿਹਾ ਪਰਾਲੀ ਦੇ ਉੱਪਰ ਪੇਚ ਫਸ ਗਿਆ। ਹਾਂਜੀ ਹਾਂਜੀ ਜਿਹੜੀ ਪਰਾਲੀ ਦਾ ਮਾਮਲਾ ਹੈ, ਤੁਸੀਂ ਇਹ ਦੇਖੋ ਵੀ ਸਾਡੀ ਏਡੀ ਕਮਿਟਮੈਂਟ ਹੈ ਕਿਸਾਨਾਂ ਦੇ ਨਾਲ ਤੇ ਕਿਸਾਨੀ ਦੇ ਨਾਲ, ਕਿ ਪਰਾਲੀ ਵਾਲੀਆਂ ਬਹੁਤ ਸਾਰੀਆਂ ਮਸ਼ੀਨਾਂ ਹੀ ਗਾਇਬ ਹੋ ਗਈਆਂ। ਹਾਂਜੀ ਹਾਂਜੀ ਹਾਂਜੀ, ਉਹ ਪਤਾ ਨਹੀਂ ਕਿੱਥੇ ਚਲੀਆਂ ਗਈਆਂ। ਯਾਨੀ ਸਮਝ ਨਹੀਂ ਲੱਗਦੀ ਕਿ ਇੰਨੀਆਂ ਮਸ਼ੀਨਾਂ ਆਈਆਂ ਕਿ ਗਿਣਤੀ ਵਿੱਚ ਇੰਨੀਆਂ ਘੱਟ ਹੈ, ਤਾਂ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਕਿਸਾਨੀ ਨੂੰ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਕੋਈ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ। ਔਰ ਜਿਹੜਾ ਪਰਾਲੀ ਦਾ ਮਸਲਾ ਹੈਗਾ, ਹੁਣ ਪਿੱਛੇ ਜੇ ਕੁਝ ਜਗ੍ਹਾ ਤੇ ਅੱਗਾਂ ਲੱਗੀਆਂ, ਉਹਨਾਂ ਦੇ ਕਿਹਾ ਜੀ ਕਿ ਰੈਡ ਐਂਟਰੀ ਹੋਏਗੀ। ਰੈਡ ਐਂਟਰੀ ਦੀਆਂ ਆਪਣੀ ਇੰਪਲੀਕੇਸ਼ਨਸ ਹੈਗੀਆਂ, ਲੇਕਿਨ ਕਿਸਾਨ ਨੇ ਇਹਨਾਂ ਨੂੰ ਕਿਹਾ ਰੈਡ ਐਂਟਰੀ ਨਹੀਂ ਹੋਊਗੀ। ਚਲੋ ਨਹੀਂ ਹੋਊਗੀ, ਲੇਕਿਨ ਪਰਾਲੀ ਦੇ ਇਵਜ਼ ਦੇ ਵਿੱਚ ਹਾਂਜੀ ਕਿਆ ਤੁਸੀਂ ਕਿਸਾਨ ਨੂੰ ਕੁਝ ਕੰਪਨਸੇਟ ਕਰਨ ਵਾਸਤੇ ਤਿਆਰ ਹੋ? ਪਰਾਲੀ ਕੋਈ ਹਮੇਸ਼ਾ ਤੋਂ ਇਸ਼ੂ ਨਹੀਂ ਸੀਗਾ, ਨਾ ਕੁਝ ਸਮੇਂ ਤੋਂ ਚੱਲਿਆ ਇਸ਼ੂ। ਜਿਸ ਵੇਲੇ ਜਿਵੇਂ ਪਰਾਲੀ ਇਕੱਠੀ ਹੁੰਦੀ ਚਲੀ, ਲੋਕਾਂ ਨੇ ਜ਼ਿਆਦਾ ਜੀਰੀ ਬੀਜਣੀ ਸ਼ੁਰੂ ਕਰਤੀ, ਪਰਾਲੀ ਜ਼ਿਆਦਾ ਹੋ ਗਈ, ਇਹਦੀ ਡਿਸਪੋਜ਼ਲ ਕਿਵੇਂ ਕਰੀਏ, ਉਹ ਇੱਕ ਸਮੱਸਿਆਵਾਂ ਆ ਗਈ। ਹੁਣ ਉਹ ਕਹਿੰਦੇ ਜੀ ਵੀ ਇਹਦਾ ਚਲੋ ਕਾਗਜ਼ ਬਣਾਵਾਂਗੇ, ਇੰਡਸਟਰੀ ਦੇ ਵਿੱਚ ਕੰਮ ਲਿਆਵਾਂਗੇ, ਜੋ ਵੀ ਇਹਦਾ ਆਲਟਰਨੇਟਿਵ ਕਰਾਂਗੇ। ਲੇਕਿਨ ਐਟ ਦਾ ਸੇਮ ਟਾਈਮ ਉਹਨੂੰ ਇਕੱਠਾ ਕਰਨਾ, ਉਹਦੇ ਬੰਡਲ ਬਣਾਉਣੇ, ਉਹਨਾਂ ਨੂੰ ਭੇਜਣਾ, ਉਹ ਸਾਰਾ ਕੁਝ ਅਗਰ ਉਹ ਕੁਝ ਨਹੀਂ ਹੁੰਦਾ ਤਾਂ ਕਿਸਾਨ ਚੁੱਪ ਕਰਕੇ ਰਾਤ ਨੂੰ ਅੱਗ ਲਾ ਦਿੰਦਾ। ਹਾਂਜੀ ਤੁਸੀਂ ਹੁਣ ਦੇਖੋਗੇ ਕਿ ਆਪਣੇ ਡਰਾਈਵ ਕਰਦੇ ਹੋਏ ਰੂਰਲ ਸੜਕਾਂ ਦੇ ਉੱਪਰ ਜਗ੍ਹਾ ਜਗ੍ਹਾ ਦੇ ਉੱਪਰ ਕਿਸਾਨਾਂ ਨੇ ਅੱਗ ਲਾ ਦੇਣੀ ਆ। ਉਹ ਕਹਿੰਦੇ ਦੇਖੀ ਜਾਊਗੀ ਜੋ ਹੋਊਗੀ। ਇਹ ਚੀਜ਼ ਜਿਹੜੀ ਹੈਗੀ ਹੈ, ਇਹ ਗਲਤ ਹੈ। ਇੱਕ ਕੰਸਰਟਡ ਅਪਰੋਚ ਚਾਹੀਦੀ ਹੈ ਇਹਦੇ ਬਾਰੇ। ਔਰ ਡਾਕਟਰ ਸਾਹਿਬ ਇੱਥੇ ਮੈਂ ਕਹਿਣਾ ਚਾਹੂੰ, ਬਹੁਤ ਸਾਰੇ ਕਿਸਾਨ ਅਜਿਹੇ ਆ ਜਿਹੜੇ ਬਿਲਕੁਲ ਅੱਗ ਨਹੀਂ ਲਾਉਂਦੇ, ਉਹ ਸੰਭਾਲ ਕਰਦੇ ਆ, ਪਰ ਜਿਹੜੇ ਬਾਕੀ ਆ ਉਹਨਾਂ ਨੂੰ ਇਨਕਰਜ ਕਰਨ ਦੀ ਲੋੜ ਹੈ। ਤੇ ਕਿਸਾਨਾਂ ਦੀ ਇਹ ਮੰਗ ਆ ਵੀ ਤੁਸੀਂ ਸਾਡੀ ਪਰਾਲੀ ਚੁੱਕ ਕੇ ਲੈ ਜਾਓ। ਦੇਖੋ ਮਤਲਬ ਗੱਲ ਇਹ ਹੈਗੀ ਹੈ, ਹਾਂਜੀ ਕਿਸਾਨ ਪਰਾਲੀ ਚੱਕ ਕੇ ਨਹੀਂ ਲੈ ਜਾਓ, ਤੁਸੀਂ ਜਾਂ ਤਾਂ ਉਹਦਾ ਮੁਆਵਜ਼ਾ ਦਿਓ ਹਾਂਜੀ ਕਿ ਤੁਸੀਂ ਭਾਈ ਇਹਨੂੰ ਡਿਸਪੋਜ਼ ਆਫ ਕਰੋ, ਅਸੀਂ ਤੁਹਾਨੂੰ ਇੰਨਾ ਪੈਸਾ ਦਿਆਂਗੇ, ਉਹਦੀ ਇੱਕ ਤੈਅ ਕਰ ਲੈਣ। ਦੂਸਰੀ ਤਰਫ ਜਿਹੜੀ ਹੈਗੀ ਹੈ, ਇਹ ਹੈ ਕਿ ਜਿਹੜੇ ਹੈਗੇ ਆ ਉਹਨਾਂ ਨੂੰ ਆਪ ਇਹ ਚੀਜ਼ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਅਗਰ ਉਹ ਅੱਗ ਲਾਉਂਦੇ ਆ ਤਾਂ ਉਹਦੀਆਂ ਇੰਪਲੀਕੇਸ਼ਨਸ ਬਹੁਤ ਜ਼ਬਰਦਸਤ ਹੈ। ਹਾਂਜੀ ਨੈਗੇਟਿਵ ਇੰਪਲੀਕੇਸ਼ਨ এনवायरमेंट ਵਾਸਤੇ, ਹੋਰ ਸਾਰੇ ਵਾਸਤੇ, ਉਹ ਸਾਰਿਆਂ ਨੂੰ ਨਹੀਂ ਨਹੀਂ ਪਤਾ ਹੈ। ਅੱਜ ਕੱਲ ਕੇਵਲ এনवायरमेंटਲੀ ਨਹੀਂ, ਕਿਸਾਨ ਦੀ ਆਪਣੀ ਜ਼ਮੀਨ ਦੀ ਵੀ ਉਪਜਾਊ ਸ਼ਕਤੀ ਘਟਦੀ ਹੈ ਜੀ ਉਹਦੇ। ਐਗਜ਼ੈਕਟਲੀ ਉਹ ਸਾਰੀਆਂ ਚੀਜ਼ਾਂ ਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਹੈ ਕਿ ਕਿਸਾਨ ਤੇ ਸਰਕਾਰ, ਉਹਨਾਂ ਨੂੰ ਇੱਕ ਉਹਦੇ ਤੇ ਹੋਣਾ ਚਾਹੀਦਾ ਹੈ, ਸੇਮ ਪੇਜ ਤੇ ਪੇਜ ਦੇ ਉੱਪਰ ਹੋਣਾ ਚਾਹੀਦਾ ਹੈ, ਸੇਮ ਪੇਜ ਤੇ ਹੋਣਾ ਚਾਹੀਦਾ ਹੈ, ਤਾਂ ਕਿ ਇਸ ਸਮੱਸਿਆ ਦਾ ਫੇਰ ਉਹ ਕਹਣਗੇ ਜੀ ਤੇ ਸਾਡੀ ਕੁਰਾਲੀ ਦੀ ਪਰਾਲੀ ਜਾਲਣ ਕਰਕੇ ਜੀ ਦਿੱਲੀ ਦੇ ਵਿੱਚ ਬੜਾ ਪ੍ਰਦੂਸ਼ਣ ਹੋ ਗਿਆ, ਯਾਨੀ ਹਰਿਆਣਾ ਟੱਪ ਕੇ ਪਤਾ ਨਹੀਂ ਕਿਵੇਂ ਪ੍ਰਦੂਸ਼ਣ ਦਿੱਲੀ ਦੇ ਵਿੱਚ ਹੋ ਜਾਂਦਾ। ਤੇ ਫਿਰ ਉਹਦੀ ਗੱਲ ਚੱਲ ਪੈਣੀ ਹੈ। ਫਿਰ ਗੱਲ ਇਹ ਚੱਲ ਪੈਣੀ ਹੈ ਜੀ ਕਿ ਕਿਸਾਨਾਂ ਨੂੰ ਜਿਹੜੇ ਮੁਆਵਜ਼ੇ 'ਚ ਉਹਦੇ ਵਿੱਚ ਹੇਰਾਫੇਰੀ ਹੋਗੀ। ਸਰਕਾਰ ਨੂੰ, ਈਵਨ ਸੈਂਟਰ ਗਵਰਨਮੈਂਟ ਨੂੰ ਵੀ ਹਾਂਜੀ ਇਹਦੇ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ, ਕਿਉਂਕਿ ਆਪਾਂ ਇਹ ਦੇਖਦੇ ਹਾਂ ਕਿ ਜਿੰਨੇ ਉਹ ਆ ਰਹੇ ਹੈ ਕਿ ਲੱਖਾਂ ਲੋਕ ਸਾਡੇ ਸਾਹ ਦੀਆਂ ਬਿਮਾਰੀਆਂ ਕਰਕੇ, ਉਹਦੇ ਕਰਕੇ ਕਰਦੇ ਆ ਹਰ ਸਾਲ। ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਜੇ ਸਰਕਾਰ ਤੇ ਕਿਸਾਨ ਜਥੇਬੰਦੀਆਂ। ਸਭ ਤੋਂ ਪਹਿਲੀ ਗੱਲ ਇਹ ਹੈਗਾ, ਮੈਂ ਫੇਰ ਦੁਬਾਰਾ ਕਹਾਂਗਾ ਕਿ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਇਹਨਾਂ ਕਿਸਾਨੀ ਇਸ਼ੂਜ਼ ਦੇ ਉੱਪਰ। ਕੱਲ ਨੂੰ ਤੀਸਰੀ ਜਥੇਬੰਦੀ ਆ ਜਾਊਗੀ, ਪਰਸੋਂ ਨੂੰ ਚੌਥੀ ਆ ਜਾਊਗੀ, 28 29 ਜਥੇਬੰਦੀਆਂ ਹੈਗੀਆਂ।
ਤਾਂ ਉਹਦੇ ਨਾਲ ਕਿਸਾਨ ਦਾ ਕੋਈ ਭਲਾ ਨਹੀਂ ਹੋਣ ਲੱਗਿਆ, ਆਪਣੀ ਲੀਡਰੀ ਜ਼ਰੂਰ ਚਮਕਾਈ ਜਾ ਸਕਦੀ ਹੈ। ਡਾਕਟਰ ਸਾਹਿਬ ਇਹ ਗੱਲ ਤਾਂ ਬਾਰ-ਬਾਰ ਕਹੀ ਜਾਂਦੀ ਵੀ ਯੂਨਿਟੀ ਹੋਣੀ ਚਾਹੀਦੀ, ਪਰ ਵੇ ਆਊਟ ਕੋਈ ਨਹੀਂ ਨਿਕਲ ਰਹੀ ਵੀ ਯੂਨਿਟੀ ਹੋਵੇ ਕਿਵੇਂ। ਦੇਖੋ ਜੀ, ਜਿਸ ਵੇਲੇ ਵੀ ਤੁਸੀਂ ਯੂਨਿਟੀ ਕਰਨ ਤੁਰਦੇ ਹੋ, ਹਾਂਜੀ ਹਾਂਜੀ, ਤਾਂ ਉਸ ਵੇਲੇ ਇਹ ਨਹੀਂ ਹੁੰਦਾ ਕਿ ਜੋ ਮੈਂ ਕਹਿਣਾ ਜਾਂ ਮਾਈ ਵੇ ਹੈ ਹਾਈਵੇ, ਹਾਂਜੀ ਉੱਥੇ ਗਿਵ ਐਂਡ ਟੇਕ ਹੁੰਦਾ ਕਿ ਭਾਈ ਆਹ ਇਸ਼ੂਜ਼ ਦੇ ਉੱਪਰ ਆਪਾਂ ਇਸ ਤਰ੍ਹਾਂ ਇਕੱਠੇ ਹੋ ਸਕਦੇ ਹਾਂ, ਇੱਥੇ ਅਸੀਂ ਪਿੱਛੇ ਹਟਦੇ ਹਾਂ, ਇੱਥੇ ਤੁਸੀਂ ਅੱਗੇ ਵਧੋ, ਜਾਂ ਇੱਥੇ ਤੁਸੀਂ ਪਿੱਛੇ ਹਟੋ, ਤਾਂ ਹੁੰਦਾ ਅਗਰ ਹਰ ਲੀਡਰ ਆਪਣੀ ਲੀਡਰੀ ਚਮਕਾਉਣ ਵਾਸਤੇ ਅੜਿਆ ਰਹੇ, ਫਿਰ ਯੂਨਿਟੀ ਕਦੇ ਨਹੀਂ ਹੋ ਸਕਦੀ। ਉੱਥੇ ਅਗਰ ਤਾਂ ਤੁਸੀਂ ਆਪਣੇ ਆਪ ਨੂੰ ਅੱਗੇ ਰੱਖ ਕੇ ਚੱਲਦੇ ਹੋ, ਫਿਰ ਹੋਰ ਗੱਲ ਹੈ। ਅਗਰ ਤੁਸੀਂ ਕਿਸਾਨ ਜਥੇਬੰਦੀਆਂ ਦੀ, ਕਿਸਾਨਾਂ ਦੀ ਵੈਲਫੇਅਰ ਵਾਸਤੇ ਅੱਗੇ ਆਉਣਾ ਚਾਹੁੰਦੇ ਹੋ ਔਰ ਉਹਦੇ ਵਾਸਤੇ ਯੂਨਿਟੀ ਕਰਨਾ ਚਾਹੁੰਦੇ ਹੋ, ਤਾਂ ਮੇਰਾ ਖਿਆਲ ਹੈ ਹਰ ਵਿਅਕਤੀ ਉਹਨੂੰ ਜਿਹੜਾ ਹੈਗਾ ਸ਼ਲਾਘਾ ਕਰੇਗਾ, ਔਰ ਉਹਦੇ ਨਾਲ ਕਿਸਾਨਾਂ ਦੇ ਮਸਲੇ ਵੀ ਜ਼ਿਆਦਾ ਅੱਛੇ ਤਰੀਕੇ ਨਾਲ ਹੱਲ ਹੋ ਸਕਦੇ। ਠੀਕ ਠੀਕ। ਪਰ ਡਾਕਟਰ ਸਾਹਿਬ ਇਹਦੇ ਲਈ ਉਹ ਜਿਹੜਾ ਦਿੱਲੀ ਸੀਗਾ ਉਹ ਤਾਂ ਇੱਕ ਸੰਘਰਸ਼ ਸੀ ਜਿਹਦੇ 'ਚੋਂ ਏਕਤਾ ਹੋਈ ਸੀਗੀ। ਹੁਣ ਇਸ ਵੇਲੇ ਤਾਂ ਕੋਈ ਇਸ ਕਿਸਮ ਦਾ ਸੰਘਰਸ਼ ਨਹੀਂ ਹੋ ਰਿਹਾ, ਤੇ ਇਸ ਕਰਕੇ ਬਿਨਾਂ ਸੰਘਰਸ਼ ਦੇ ਮੈਦਾਨ ਤੋਂ ਏਕਤਾ ਨਹੀਂ ਹੋ ਸਕਦੀ, ਤੇ ਇਸੇ ਕਰਕੇ ਕੇਂਦਰ ਸਰਕਾਰ ਨੇ ਜਿਹੜੇ ਕੁਝ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਮੇਰੇ ਖਿਆਲ। ਦੇਖੋ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਉੱਥੇ ਸਿੰਘ ਖਤਮ ਹੋਇਆ, ਹਾਂਜੀ ਐਜੀਟੇਸ਼ਨ ਖਤਮ ਹੋਇਆ, ਉਸ ਤੋਂ ਬਾਅਦ ਕਿਸਾਨਾਂ ਨੂੰ ਸ਼ੁਰੂ ਹੋ ਗਿਆ ਆਪਣੀ ਪੋਲਿਟਿਕਸ ਦੇ ਵਿੱਚ ਆਉਣਾ, ਹਾਂਜੀ ਇਲੈਕਸ਼ਨਾਂ ਲੜਨੀਆਂ। ਔਰ ਆਪਾਂ ਨੇ ਦੇਖਿਆ ਪਿਛਲੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਕਿਵੇਂ ਜਥੇਬੰਦੀਆਂ, ਕੋਈ ਕਹਿੰਦਾ ਵੀ ਇਲੈਕਸ਼ਨ ਲੜਨਾ ਚਾਹੀਦਾ ਹੈ, ਕੋਈ ਨਹੀਂ ਲੜਨਾ ਚਾਹੀਦਾ, ਕਈ ਨੇ ਕੈਂਡੀਡੇਟ ਉਤਾਰੇ, ਕੋਈ ਜਿੱਤ ਜੁੱਤ ਪ੍ਰਾਪਤ ਨਹੀਂ ਹੋਈ, ਨਾ, ਕਿਉਂਕਿ ਐਜੀਟੇਸ਼ਨ ਜ਼ਮਾਨਤ ਹੀ ਨਹੀਂ ਕਿਸੇ ਦੀ ਬਚੀ ਜੀ, ਜਿੱਤ ਤਾਂ ਬਹੁਤ ਦੂਰ ਦੀ ਗੱਲ ਹੈ। ਹਾਂ, ਐਜੀਟੇਸ਼ਨਲ ਮੋਡ 'ਚ ਹੋਣਾ ਇੱਕ ਹੋਰ, ਉਹ ਰਿਸਪੈਕਟ ਜਿਹੜੀ ਤੁਸੀਂ ਲੈਤੀ ਪੂਰੇ ਵਰਲਡ ਦੇ ਵਿੱਚੋਂ ਹਾਂਜੀ ਹਾਂਜੀ, ਔਰ ਆਪਣਾ ਨਾਂ ਕਮਾਇਆ, ਉਹ ਇੱਕ ਡਿਫਰੈਂਟ ਚੀਜ਼ ਹੈ। ਅਗਰ ਤੁਸੀਂ ਕਹੋ ਉਹਨੂੰ ਪੋਲੀਟੀਕਲੀ ਬਣਾ ਲਿਆ ਜਾਵੇ, ਹੁਣ ਲੋਕਾਂ ਨੂੰ ਕਹੀਏ ਕਿਉਂਕਿ ਮੈਂ ਐਜੀਟੇਸ਼ਨ ਦੇ ਵਿੱਚ ਰੋਜ਼ ਬੋਲਦਾ ਸੀਗਾ ਇਸ ਕਰਕੇ ਮੈਨੂੰ ਵੋਟਾਂ ਵੀ ਪਾਓ, ਉਹ ਪੋਸੀਬਲ ਨਹੀਂ ਹੁੰਦਾ ਕਈ ਵਾਰ, ਔਰ ਉਹ ਨਹੀਂ ਵੀ ਹੋਇਆ, ਆਪਾਂ ਦੇਖਦੇ ਹਾਂ। ਇਸ ਕਰਕੇ ਕਿਸਾਨ ਜਥੇਬੰਦੀਆਂ ਅਗਰ ਇਹ ਸੋਚਣ ਕਿ ਉਹਨਾਂ ਨੇ ਆਪਣੀ ਜਥੇਬੰਦੀਆਂ ਦੀ ਚੌਧਰੀ ਜਾਂ ਪ੍ਰਧਾਨਗੀ ਜਾਂ ਸਾਰਾ ਕੁਝ ਇਸ ਕਰਕੇ ਲੈਤਾ ਹੈ ਕਿ ਉਹਨਾਂ ਨੇ ਪੋਲਿਟਿਕਸ ਦੇ ਵਿੱਚ ਕੱਲ ਨੂੰ ਸੀਐਮ ਦੀ ਰੇਸ 'ਚ ਆਉਣਾ, ਮੰਤਰੀ ਦੀ ਰੇਸ 'ਚ ਆਉਣਾ, ਤਾਂ ਲੋਕਾਂ ਨੇ ਉਹਨੂੰ ਐਕਸੈਪਟ ਨਹੀਂ ਕਰਨਾ। ਹਰ ਵਿਅਕਤੀ ਦਾ ਆਪਣਾ ਇੱਕ ਮੁਕਾਮ ਹੁੰਦਾ ਹੈ। ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਹੈਗੇ ਆ, ਉਹਨਾਂ ਨੂੰ ਕਿਸਾਨਾਂ ਦੀ ਬਹਿਬੂਦ ਭਲਾਈ ਵਾਸਤੇ ਹੀ ਕੰਮ ਕਰਨਾ ਚਾਹੀਦਾ ਹੈ। ਅਗਰ ਲੋਕ ਅੱਗੇ ਲਿਆਉਣ ਤੇ ਲਿਆਉਣ, ਲੇਕਿਨ ਇਹ ਨਹੀਂ ਹੈ ਕਿ ਤੁਸੀਂ ਧੱਕੇ ਨਾਲ ਹੀ ਕਹੋ ਵੀ ਮੈਂ ਤਾਂ ਹੁਣ, ਕਿਉਂਕਿ ਮੇਰਾ ਟੀਵੀ ਤੇ ਰੋਜ਼ ਨਾਂ ਆਉਂਦਾ ਸੀਗਾ, ਅਖਬਾਰ ਫੋਟੋ ਆਉਂਦੀ ਸੀਗੀ, ਇਸ ਕਰਕੇ ਹੁਣ ਮੈਂ ਬਹੁਤ ਵੱਡਾ ਲੀਡਰ ਵੀ ਬਣ ਗਿਆ। ਲੀਡਰ ਤੁਸੀਂ ਹੋ ਕਿਸਾਨਾਂ ਦੇ, ਪੋਲੀਟੀਕਲ ਲੀਡਰਸ਼ਿਪ ਡਿਫਰੈਂਟ ਚੀਜ਼ ਹੈ, ਉੱਥੇ ਤੁਹਾਡੀ ਐਕਸੈਪਟੇਬਿਲਿਟੀ ਹੈ। ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਐਕਸੈਪਟੇਬਿਲਿਟੀ ਜਿਹੜੀ ਹੈਗੀ ਹੈ ਉਹ ਨਹੀਂ ਹੈ, ਉੱਥੇ ਉਹ ਬੰਦੇ ਆ ਜਿਹੜੇ ਪੋਲਿਟਿਕਸ ਦੇ ਵਿੱਚ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕਿਸਾਨ ਜਿਹੜਾ ਹੈਗਾ ਯੂਨਿਟੀ ਤਦ ਹੀ ਹੋ ਸਕਦੀ ਹੈ ਅਗਰ ਕਿਸਾਨ ਜਥੇਬੰਦੀਆਂ ਨੂੰ ਇਹ ਸਮਝ ਲੱਗ ਜਾਵੇ, ਜਾਂ ਕਿਸਾਨ ਲੀਡਰਾਂ ਨੂੰ ਸਮਝ ਲੱਗ ਜਾਵੇ ਕਿ ਅੜ ਕੇ ਕੋਈ ਚੀਜ਼ ਨਹੀਂ ਹੁੰਦੀ। ਆਪਾਂ ਨੂੰ ਇਕੱਠੇ ਹੋਣ ਵਾਸਤੇ ਕਿਸੇ ਜਗ੍ਹਾ ਸਪੇਸ ਤੁਹਾਨੂੰ ਛੱਡਣੀ ਪਊਗੀ, ਕਿਸੇ ਜਗ੍ਹਾ ਸਪੇਸ ਲੈਣੀ ਪਏਗੀ। ਗਿਵ ਐਂਡ ਟੇਕ ਹੁੰਦਾ ਹੈ, ਉਹ ਗਿਵ ਐਂਡ ਟੇਕ ਜੇ ਹੋ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਕਿਸਾਨ ਜਥੇਬੰਦੀਆਂ ਵਾਸਤੇ ਔਰ ਕਿਸਾਨ ਭਰਾਵਾਂ ਵਾਸਤੇ। ਠੀਕ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸ਼ੋਅ 'ਚ ਸ਼ਾਮਲ ਹੋਣ ਲਈ। ਇੱਥੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਲੈਂਦੇ ਆਗਿਆ। ਬਹੁਤ ਬਹੁਤ ਧੰਨਵਾਦ।